हाँ जी, सत श्री अकाल जी साਰਿਆਂ ਨੂੰ। सो पंजाब मेड भी ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਗੱਲ ਕਰਾਂਗੇ ਇੰਟਰਸਟਿੰਗ ਫੈਕਟਸ ਬਾਰੇ। ਸੋ ਕੁਝ ਉਹ ਡੂੰਘੀਆਂ ਜਾਣਕਾਰੀਆਂ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਅਸੀਂ ਕਈ ਵਾਰ ਕਿਸੇ ਚੀਜ਼ ਦੀ ਮਹੱਤਤਾ ਨੂੰ ਜਾਣ ਹੀ ਨਹੀਂ ਪਾਉਂਦੇ ਜਿੱਥੇ ਅਸੀਂ ਰਹਿੰਦੇ ਹੁੰਦੇ ਹਾਂ। ਸੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣਾ ਇੰਡੀਆ ਕਿਹੜੀਆਂ ਚੀਜ਼ਾਂ ਵਿੱਚ ਵੱਡੀਆਂ ਕੰਟਰੀਆਂ ਨਾਲੋਂ ਅੱਗੇ ਹੈ ਜਾਂ ਫਿਰ ਉਹਨਾਂ ਨਾਲੋਂ ਬੈਸਟ ਕਹਿ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਬਹੁਤ ਟੌਪ ਦੇ ਦੇਸ਼ ਮੰਨਦੇ ਹਾਂ। ਜਿਵੇਂ ਕਿ ਤੁਸੀਂ ਹੁਣ ਇਹ ਵੀਡੀਓ ਨੂੰ ਇੰਟਰਨੈਟ ਦੀ ਮਦਦ ਨਾਲ ਦੇਖ ਰਹੇ ਹੋ ਤੇ ਤੁਹਾਨੂੰ ਦੱਸ ਦਈਏ ਕਿ ਦੁਨੀਆ ਦਾ ਸਭ ਤੋਂ ਸਸਤਾ ਇੰਟਰਨੈਟ ਇਜ਼ਰਾਈਲ ਦੇਸ਼ ਦਾ ਹੈ, ਜਿੱਥੇ ਇਸ ਦੀ ਕੀਮਤ 0.05 ਰੁਪਏ ਹੈ ਤੇ ਸਭ ਤੋਂ ਮਹਿੰਗਾ ਇੰਟਰਨੈਟ ਮਲਾਵੀ ਦੇਸ਼ ਦਾ ਹੈ, ਜਿਸ ਦੀ ਕੀਮਤ 2080 ਰੁਪਏ ਪਰ 1 GB ਹੈ। ਤੇ ਦੂਜੇ ਨੰਬਰ ਤੇ ਆ ਜਾਂਦਾ ਦੁਬਈ ਦਾ, ਜਿੱਥੇ 1 GB ਦੀ ਕੀਮਤ 2074 ਰੁਪਏ ਦੇ ਨੇੜੇ ਤੇੜੇ ਹੈ। ਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਯੂਕਰੇਨ ਦੀ, ਤਾਂ ਉੱਥੇ 1 GB ਦੀ ਕੀਮਤ 400 ਰੁਪਏ ਹੈ। ਤੇ ਕੈਨੇਡਾ ਵਿੱਚ 956 ਰੁਪਏ ਹੈ ਤੇ ਜਾਪਾਨ ਵਿੱਚ 1 GB ਡਾਟਾ 245 ਰੁਪਏ ਵਿੱਚ ਮਿਲਦਾ ਹੈ। ਤੇ ਅਮਰੀਕਾ ਵਿੱਚ 1 GB ਇੰਟਰਨੈਟ ਦੀ ਕੀਮਤ 609 ਰੁਪਏ ਦੇ ਕਰੀਬ ਹੈ। ਤੇ ਤੁਹਾਨੂੰ ਦੱਸ ਦਈਏ ਕਿ ਇੰਡੀਆ ਵਿੱਚ 1 GB ਦੀ ਕੀਮਤ 18 ਰੁਪਏ ਐਵਰੇਜ ਹੈ, ਇਸ ਤੋਂ ਵੱਧ ਘੱਟ ਹੋ ਸਕਦੀ ਹੈ। ਮਤਲਬ ਕਿ ਬਹੁਤ ਵਧੀਆ ਰੇਟਾਂ ਵਿੱਚੋਂ ਰੇਟ ਹੈ। ਸੋ ਅੱਗੇ ਗੱਲ ਕਰਦੇ ਹਾਂ, ਜਿਵੇਂ ਕਿ ਇਨਸਾਨ ਨੈਵੀਗੇਸ਼ਨ ਦੀ ਮਦਦ ਨਾਲ ਦਿਸ਼ਾ ਦਾ ਪਤਾ ਲਾਉਂਦਾ ਹੈ, ਇਸੇ ਤਰ੍ਹਾਂ ਚੁੰਬਕੀ ਤਰੰਗਾਂ ਨਾਲ ਪੰਛੀ ਵੀ ਆਪਣਾ ਸਫ਼ਰ ਤੈਅ ਕਰਦੇ ਨੇ। ਤੇ ਤੁਸੀਂ ਬਹੁਤ ਵਾਰ ਪੜ੍ਹਿਆ ਜਾਂ ਸੁਣਿਆ ਵੀ ਹੋਵੇਗਾ ਕਿ ਦੂਜੇ ਦੇਸ਼ ਦੇ ਪੰਛੀ ਮੌਸਮ ਬਦਲਣ ਨਾਲ ਆਪਣੇ ਇੱਥੇ ਵੀ ਆ ਜਾਂਦੇ ਨੇ ਤੇ ਇਹ ਕਈ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਆਪਣੇ ਦਿਮਾਗ ਵਿੱਚ ਲੱਗੇ ਮੈਗਨੈਟਿਕ ਫੀਲਡ ਦੀ ਮਦਦ ਨਾਲ ਕਰਦੇ ਨੇ। ਤੇ ਜੋ ਤੁਸੀਂ ਇਹ ਵੀਡੀਓ ਵਿੱਚ ਦੇਖ ਰਹੇ ਹੋ ਕਿ ਕਿਵੇਂ ਸੈਂਕੜੇ ਹੀ ਪੰਛੀ ਇੱਕਦਮ ਧਰਤੀ ਤੇ ਆ ਡਿੱਗੇ, ਜੋ ਉੱਥੇ ਲੱਗੇ ਇੱਕ ਲੋਕਲ ਕੈਮਰੇ ਵਿੱਚ ਕੈਦ ਹੋ ਗਏ। ਤੇ ਤੁਹਾਨੂੰ ਦੱਸ ਦਈਏ ਕਿ ਇਹ ਪੀਲੇ ਸਿਰ ਵਾਲੀਆਂ ਚਿੜੀਆਂ ਨੇ ਜੋ ਮੈਕਸੀਕੋ ਵਿੱਚ ਇੱਕਦਮ ਧਰਤੀ ਤੇ ਆ ਵੱਜੀਆਂ ਤੇ 100 ਦੇ ਕਰੀਬ ਚਿੜੀਆਂ ਦੀ ਮੌਤ ਵੀ ਹੋ ਗਈ। ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ, ਇਸ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਜੋ ਹਾਈ ਸਪੀਡ ਇੰਟਰਨੈਟ ਆ ਰਿਹਾ ਹੈ ਉਸ ਕਾਰਨ ਇਹਨਾਂ ਦੀ ਮੈਗਨੈਟਿਕ ਫੀਲਡ ਦੀ ਕੰਮ ਕਰਨ ਦੀ ਸ਼ਕਤੀ ਘੱਟ ਹੋ ਸਕਦੀ ਹੈ। ਤੇ ਦੂਜਾ ਹੋ ਸਕਦਾ ਕਿ ਇਹ ਕਿਸੇ ਜ਼ਹਿਰੀਲੇ ਬੱਦਲ ਵਿੱਚੋਂ ਨਿਕਲੀਆਂ ਹੋਣ ਤੇ ਉਹ ਜ਼ਹਿਰੀਲਾ ਸਾਹ ਅੰਦਰ ਲੈਣ ਕਾਰਨ ਇਹ ਥੱਲੇ ਡਿੱਗ ਗਈਆਂ ਹੋਣ। ਹੋ ਸਕਦਾ ਇਹ ਹਵਾ ਉੱਥੇ ਕਿਸੇ ਹੀਟਰ ਵਿੱਚੋਂ ਨਿਕਲੀ ਹੋਵੇਗੀ ਜੋ ਬਹੁਤ ਜ਼ਿਆਦਾ ਪੋਲੂਸ਼ਨ ਵਾਲੀ ਹੋਵੇਗੀ। ਇਸ ਤੋਂ ਇਲਾਵਾ ਹੋ ਸਕਦਾ ਕਿ ਇਹ ਅਚਾਨਕ ਬਿਜਲੀ ਦੇ ਝਟਕੇ ਕਾਰਨ ਵੀ ਇਸ ਤਰ੍ਹਾਂ ਡਿੱਗ ਸਕਦੀਆਂ ਨੇ। ਸੋ ਅੱਗੇ ਗੱਲ ਕਰਦੇ ਹਾਂ ਆਸਤਿਕ ਤੇ ਨਾਸਤਿਕ। ਰੱਬ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਕਿਸੇ ਦੀ ਆਪਣੀ ਨਿੱਜੀ ਚੋਣ ਹੋ ਸਕਦੀ ਹੈ, ਪਰ ਅਸੀਂ ਤੁਹਾਨੂੰ ਦੱਸਾਂਗੇ ਭਾਰਤ ਦੇ ਥੱਲੇ ਵਾਲੇ ਹਿੱਸੇ ਵਿੱਚ ਇੱਕ ਅਜਿਹੀ ਜਗ੍ਹਾ ਸਥਿਤ ਹੈ ਜਿੱਥੇ ਕੋਈ ਵੀ ਧਰਮ ਨਹੀਂ ਤੇ ਕੋਈ ਵੀ ਮੁਦਰਾ ਨਹੀਂ। ਇਹ ਜਗ੍ਹਾ ਦਾ ਨਾਮ ਔਰੋਵਿਲ ਹੈ ਤੇ ਇਹ ਤਾਮਿਲਨਾਡੂ ਰਾਜ ਦੇ ਵਿਲੂਪੁਰਮ ਜ਼ਿਲ੍ਹੇ ਵਿੱਚ ਸਥਿਤ ਹੈ। ਇਸ ਨੂੰ 1968 ਵਿੱਚ ਮੀਰਾ ਐਲਫਾਸਾ ਨੇ ਖੋਜਿਆ ਸੀ ਤੇ ਰੋਜਰ ਐਂਗਰ ਨੇ ਇਸ ਦਾ ਨਕਸ਼ਾ ਡਿਜ਼ਾਈਨ ਕੀਤਾ ਸੀ। ਇਸ ਜਗ੍ਹਾ ਦੀ ਜਨਸੰਖਿਆ 2814 ਦੇ ਕਰੀਬ ਹੈ। ਇਸ ਜਗ੍ਹਾ ਤੇ ਪੱਕੇ ਤੌਰ ਤੇ ਰਹਿਣ ਲਈ 15 ਲੱਖ ਰੁਪਏ ਚਾਹੀਦੇ ਨੇ, ਪਰ ਤੁਸੀਂ ਕੁਝ ਦਿਨਾਂ ਲਈ ਘੁੰਮਣ ਇੱਥੇ ਜਾ ਸਕਦੇ ਹੋ। ਇਸ ਜਗ੍ਹਾ ਤੇ ਦੇਖਣ ਲਈ ਘੁੰਮਣ ਲਈ ਕਾਫੀ ਥਾਵਾਂ ਨੇ, ਨਾਲ ਹੀ ਇੱਥੇ ਸਮੁੰਦਰੀ ਬੀਚ ਵੀ ਲੱਗਦੀ ਹੈ। ਇੱਥੇ ਲੋਕ ਧਰਮ, ਰਾਜਨੀਤੀ ਤੇ ਪੈਸੇ ਤੋਂ ਉੱਪਰ ਉੱਠ ਕੇ ਅਧਿਆਤਮਿਕ ਬਿਰਤੀ ਨੂੰ ਪਹਿਲ ਦਿੰਦੇ ਨੇ ਤੇ ਇੱਥੇ ਲੋਕ ਜੋ ਕੰਮ ਕਰਦੇ ਨੇ ਉਸ ਨਾਲ ਸਿਰਫ ਉਨੇ ਕੁ ਹੀ ਪੈਸੇ ਮਿਲਦੇ ਨੇ ਜੋ ਰੋਜ਼ ਦੀ ਜ਼ਰੂਰਤ ਪੂਰੀ ਕਰ ਸਕਣ। ਤੇ ਇਸ ਨੂੰ APJ ਕਲਾਮ ਜੀ ਨੇ ਮਾਨਤਾ ਦਿੱਤੀ ਹੋਈ ਹੈ। ਸੋ ਅੱਗੇ ਗੱਲ ਕਰਦੇ ਹਾਂ, ਅੱਜ ਕੱਲ੍ਹ ਜ਼ਿਆਦਾਤਰ ਪੰਜਾਬ ਵਿੱਚ ਹਰ ਮੁੰਡਾ ਕੁੜੀ ਆਈਲੈਟਸ ਦਾ ਪੇਪਰ ਕਰਕੇ ਬਾਹਰ ਜਾਣਾ ਚਾਹੁੰਦੇ ਨੇ। ਬਹੁਤ ਸਾਰੇ ਵੀਡੀਓ ਦੇਖ ਰਹੇ ਸੱਜਣ ਮਿੱਤਰ ਵੀ ਬਾਹਰ ਜਾਣ ਦੀ ਤਿਆਰੀ ਵਿੱਚ ਹੋਣਗੇ। ਸੋ ਬੇਸ਼ੱਕ ਇਸ ਨੂੰ ਆਇਲਟਸ ਕਹਿੰਦੇ ਨੇ, ਪਰ ਪੰਜਾਬੀ ਵਿੱਚ ਇਸ ਨੂੰ ਜ਼ਿਆਦਾਤਰ ਲੋਕ ਆਈਲੈਟਸ ਹੀ ਕਹਿੰਦੇ ਨੇ। ਸੋ ਅੱਜ ਆਪਾਂ ਇਸ ਬਾਰੇ ਹੀ ਗੱਲ ਕਰਾਂਗੇ ਕਿ ਇਹ ਕਦੋਂ ਤੇ ਕਿਸ ਨੇ ਬਣਾਈ ਸੀ। ਸੋ ਆਈਲੈਟਸ ਦੀ ਫੁੱਲ ਫਾਰਮ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਹੈ। ਸੋ ਇਸ ਦੀ ਸ਼ੁਰੂਆਤ 1980 ਵਿੱਚ ਕੈਂਬਰਿਜ ਇੰਗਲਿਸ਼ ਲੈਂਗੁਏਜ ਅਸੈਸਮੈਂਟ ਤੇ ਬ੍ਰਿਟਿਸ਼ ਕੌਂਸਲ ਦੁਆਰਾ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਉਸ ਸਮੇਂ UCLES ਯੂਨੀਵਰਸਿਟੀ ਆਫ ਕੈਂਬਰਿਜ ਲੋਕਲ ਐਗਜ਼ਾਮੀਨੇਸ਼ਨ ਸਿੰਡੀਕੇਟ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਸ ਸਮੇਂ ਇਹ ਬ੍ਰਿਟੇਨ ਦੁਆਰਾ ਆਪਣੇ ਉਦਯੋਗਾਂ ਲਈ ਤੇ ਕਮਿਊਨੀਕੇਸ਼ਨ ਕਰਨ ਲਈ ਸਿਰਫ ਇੰਗਲਿਸ਼ ਭਾਸ਼ਾ ਸਿਖਾਈ ਜਾਂਦੀ ਸੀ, ਜਿਸ ਨੂੰ ਆਇਲਟਸ ਕਿਹਾ ਜਾਂਦਾ ਸੀ। ਇਹ ਉਸ ਸਮੇਂ ਉਹ ਦੇਸ਼ ਵਿੱਚ ਆਮ ਬਾਹਰੋਂ ਆਏ ਲੋਕਾਂ ਨੂੰ ਇੰਗਲਿਸ਼ ਸਿਖਾਉਣ ਲਈ ਵਰਤੀ ਜਾਂਦੀ ਸੀ, ਪਰ ਵਿਦਿਆਰਥੀਆਂ ਲਈ ਇਸ ਨੂੰ 1999 ਵਿੱਚ ਸਾਹਮਣੇ ਲਿਆਂਦਾ ਗਿਆ। ਇਹ ਇੱਕ ਆਮ ਲੈਂਗੁਏਜ ਟੈਸਟ ਦੇ ਤੌਰ ਤੇ ਬ੍ਰਿਟਿਸ਼ ਕੌਂਸਲ ਤੇ ਕੈਂਬਰਿਜ ਦੋ ਗਰੁੱਪਾਂ ਨੇ ਸ਼ੁਰੂ ਕਰਵਾਇਆ ਸੀ, ਪਰ 1995 ਵਿੱਚ ਇਸ ਵਿੱਚ ਕੁਝ ਚੇਂਜ ਕੀਤੇ ਗਏ ਜਦੋਂ ਉਹਨਾਂ ਨੇ ਰਾਈਟਿੰਗ ਤੇ ਰੀਡਿੰਗ ਮੋਡਿਊਲ ਲਈ ਸਪੈਸੀਫਿਕ ਢਾਂਚਾ ਤਿਆਰ ਕੀਤਾ, ਜਿਨ੍ਹਾਂ ਦੇ ਵਿਦਿਆਰਥੀਆਂ ਨੂੰ ਪੁਆਇੰਟ ਦਿੱਤੇ ਜਾਂਦੇ ਸੀ। ਉਸ ਤੋਂ ਬਾਅਦ 2001 ਵਿੱਚ ਉਹਨਾਂ ਨੇ ਸਪੀਕਿੰਗ ਨੂੰ ਛੋਟੇ-ਛੋਟੇ ਟਾਸਕ ਵਿੱਚ ਵੰਡਿਆ। 2005 ਵਿੱਚ ਅੱਜ ਵਾਲੀ ਆਇਲਟਸ ਸੈੱਟ ਹੋ ਗਈ,
ਜਿਸ ਵਿੱਚ ਸਪੀਕਿੰਗ, ਲਿਸਨਿੰਗ, ਰੀਡਿੰਗ ਤੇ ਰਾਈਟਿੰਗ ਵਗੈਰਾ ਐਡ ਹੋਇਆ। ਸ਼ੁਰੂ ਵਿੱਚ ਇਸ ਨੂੰ ਬ੍ਰਿਟੇਨ ਤੇ ਆਸਟ੍ਰੇਲੀਆ ਲਈ ਹੀ ਪਾਸ ਕੀਤਾ ਗਿਆ ਕਿਉਂਕਿ ਆਸਟ੍ਰੇਲੀਆ ਉੱਤੇ ਬ੍ਰਿਟੇਨ ਦਾ ਪਹਿਲਾ ਰਾਜ ਸੀ ਤੇ ਜੋ ਸਟੂਡੈਂਟ ਬ੍ਰਿਟੇਨ ਤੋਂ ਆਸਟ੍ਰੇਲੀਆ ਪੜ੍ਹਨ ਜਾਣਾ ਚਾਹੁੰਦਾ ਸੀ ਉਹ ਇਸ ਟੈਸਟ ਨੂੰ ਦੇ ਕੇ ਆਸਾਨੀ ਨਾਲ ਉੱਥੇ ਜਾ ਸਕਦਾ ਸੀ। ਪਰ ਬਾਅਦ ਵਿੱਚ ਜਦੋਂ ਇਸ ਦੇ ਫਾਇਦੇ ਸਾਹਮਣੇ ਆਉਣ ਲੱਗੇ, ਉਸ ਕੰਟਰੀ ਨੂੰ ਸਟੂਡੈਂਟਸ ਦਾ ਫਾਇਦਾ ਹੋਣ ਲੱਗਿਆ ਤਾਂ ਫਿਰ ਇਸ ਕਾਰਨ ਅੱਜ ਦੇ ਸਮੇਂ 140 ਦੇਸ਼ਾਂ ਵਿੱਚ ਆਈਲੈਟਸ ਐਕਸੈਪਟ ਕੀਤੀ ਜਾਂਦੀ ਹੈ ਤੇ ਇਸ ਨਾਲ ਕੰਟਰੀ ਨੂੰ ਵੀ ਆਰਥਿਕ ਤੌਰ ਤੇ ਫਾਇਦਾ ਹੁੰਦਾ ਹੈ। ਤੇ ਇਸ ਤੋਂ ਬਾਅਦ ਫਿਰ ਹੁਣ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੰਜਾਬੀ ਸਭ ਤੋਂ ਵੱਧ ਆਇਲਟਸ ਕਰਕੇ ਕੈਨੇਡਾ ਜਾ ਰਹੇ ਨੇ ਤੇ ਇਸ ਦੇ ਚੰਗੇ ਤੇ ਮਾੜੇ ਪੱਖ ਦੋਨੋਂ ਨੇ ਜਿਨ੍ਹਾਂ ਤੇ ਇੱਕ ਵੀਡੀਓ ਅਲੱਗ ਬਣਾਈ ਜਾ ਸਕਦੀ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਾਲ ਹਰ ਘਰ ਦੀ ਆਰਥਿਕ ਮੰਦੀ ਦੂਰ ਹੋ ਰਹੀ ਹੈ। ਬਹੁਤ ਹੱਦ ਤੱਕ ਬਹੁਤ ਘਰਾਂ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਆ ਰਿਹਾ ਹੈ। ਸੋ ਇਸ ਤੋਂ ਬਹੁਤ ਸਾਰੇ ਉਲਟੇ ਪੱਖ ਵੀ ਨੇ, ਉਹਨਾਂ ਨੂੰ ਇਹ ਸਭ ਕੁਝ ਦੇਖ ਕੇ ਇਗਨੋਰ ਕੀਤਾ ਜਾ ਸਕਦਾ ਹੈ। ਤੇ ਅੱਗੇ ਗੱਲ ਕਰਦੇ ਜਿਨ੍ਹਾਂ ਨੇ ਜਹਾਜ਼ ਵਿੱਚ ਸਫ਼ਰ ਕੀਤਾ ਹੈ ਉਹਨਾਂ ਨੂੰ ਤਾਂ ਪਤਾ ਹੋਵੇਗਾ, ਪਰ ਜੋ ਕਦੇ ਜਹਾਜ਼ ਵਿੱਚ ਨਹੀਂ ਗਏ ਉਹਨਾਂ ਨੂੰ ਦੱਸ ਦਈਏ ਕਿ ਜਹਾਜ਼ ਵਿੱਚ ਪਾਣੀ ਦੀ ਬੋਤਲ ਜਾਂ ਪਾਣੀ ਲਿਜਾਣਾ ਅਲਾਉਡ ਨਹੀਂ ਹੁੰਦਾ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਪਾਣੀ ਵਰਗੇ ਦਿਸਣ ਵਾਲੇ ਲਿਕੁਇਡ ਵਿੱਚ ਤੇ ਪਾਣੀ ਵਿੱਚ ਅੰਤਰ ਲੱਭਣਾ ਮੁਸ਼ਕਲ ਹੈ। ਜਿਵੇਂ ਹਾਈਡਰੋਜਨ ਪੈਰੋਆਕਸਾਈਡ ਇੱਕ ਤਰ੍ਹਾਂ ਦਾ ਬੰਬ ਹੀ ਹੈ ਜੋ ਕਿ ਉਂਝ ਦਿਸਦਾ ਪਾਣੀ ਵਰਗਾ ਹੈ ਤੇ ਇੱਕ ਦੋ ਵਾਰ ਇਸ ਤਰ੍ਹਾਂ ਦੇ ਲਿਕੁਇਡ ਨਾਲ ਜਹਾਜ਼ ਨੂੰ ਹਾਈਜੈਕ ਕਰਨ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਨੇ ਤੇ ਜਿਸ ਕਾਰਨ ਇੰਟਰਨੈਸ਼ਨਲ ਫਲਾਈਟਸ ਵਿੱਚ 100 ml ਤੋਂ ਜ਼ਿਆਦਾ ਕੋਈ ਵੀ ਤਰਲ ਪਦਾਰਥ ਲਿਜਾਣਾ ਬੈਨ ਕਰ ਦਿੱਤਾ ਗਿਆ। ਤੇ ਇਹ 100 ml ਲਿਕੁਇਡ ਦੀ ਗੱਲ ਹੋ ਰਹੀ ਹੈ ਜੋ ਬੈਗ ਵਿੱਚ ਰੱਖਿਆ ਜਾਵੇਗਾ। ਇਸ ਵਿੱਚ ਕਰੀਮਾਂ ਤੱਕ ਨੂੰ ਵੀ ਲਿਕੁਇਡ ਵਿੱਚ ਹੀ ਗਿਣਿਆ ਜਾਵੇਗਾ। ਸੋ ਅੱਗੇ ਗੱਲ ਕਰਦੇ ਹਾਂ, ਅਸੀਂ ਜਿਹੜੇ ਵੀ ਫਾਰਮੂਲੇ ਗਣਿਤ ਵਿੱਚ ਵਰਤਦੇ ਨੇ ਉਹ ਸਾਰੇ ਮਹਾਨ ਗਣਿਤ ਦੇ ਪ੍ਰੋਫੈਸਰਾਂ ਦੁਆਰਾ ਸਾਬਿਤ ਕੀਤੇ ਗਏ ਨੇ ਜਿਨ੍ਹਾਂ ਲਈ ਉਹਨਾਂ ਨੇ ਹਜ਼ਾਰਾਂ ਹੀ ਪੇਜ ਵਰਤ ਲਏ। ਹਜ਼ਾਰਾਂ ਪੇਜਾਂ ਉੱਤੇ ਸਿੱਧ ਕੀਤਾ ਗਿਆ ਕਿ ਉਹ ਆਪਣੇ ਫਾਰਮੂਲੇ ਨੂੰ ਸਿੱਧ ਕਰ ਸਕਣ। ਤੇ ਤੁਹਾਨੂੰ ਦੱਸ ਦਈਏ ਕਿ 1+1 2 ਹੁੰਦੇ ਨੇ। ਇਹ ਵੀ ਇੱਕ ਫਾਰਮੂਲਾ ਹੈ ਕਿ 1 ਵਿੱਚ 1 ਜੋੜੇ ਤਾਂ 2 ਬਣਦੇ ਨੇ ਤੇ ਇਸ ਨੂੰ ਸਿੱਧ ਕਰਨ ਵਾਲੇ ਬਰਟਰੈਂਡ ਰਸੇਲ ਨੇ 360 ਪੇਜ ਦਾ ਨੋਟ ਬਣਾ ਕੇ ਸਿੱਧ ਕੀਤਾ ਸੀ। ਸੋ ਬੇਸ਼ੱਕ ਅੱਜ ਇਹ ਇੱਕ ਸਾਡੇ ਲਈ ਨਾਰਮਲ ਗੱਲ ਹੈ। ਸੋ ਜੇਕਰ ਇਹ ਕਿਤੇ 10+10 20 ਹੁੰਦੇ ਨੇ ਸਿੱਧ ਕਰਨ ਲੱਗ ਜਾਂਦਾ ਤਾਂ ਇਸ ਨੇ ਤਾਂ ਸ਼ਾਇਦ ਦੁਨੀਆ ਦੇ ਪੇਜ ਹੀ ਮੁਕਾ ਦੇਣੇ ਸੀ। ਸੋ ਇਹ ਤਾਂ ਇੱਕ ਅਸੀਂ ਮਜ਼ਾਕ ਵਿੱਚ ਗੱਲ ਕਰ ਰਹੇ ਹਾਂ, ਪਰ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ 1+1 2 ਕਿਵੇਂ ਹੁੰਦੇ ਨੇ। ਇਹ ਇਸ ਤੋਂ ਬਾਅਦ ਪੂਰਾ ਗਣਿਤ ਦਾ ਸਟਰਕਚਰ ਤਿਆਰ ਕੀਤਾ ਗਿਆ। ਇਹ ਇੱਕ ਬਹੁਤ ਵੱਡਾ ਪ੍ਰੋਸੈਸ ਹੈ, ਸੋਚ ਕੇ ਜ਼ਰੂਰ ਦੇਖਿਓ। ਮਤਲਬ ਕੋਈ ਅਜਿਹੀ ਚੀਜ਼ ਜਿਸ ਬਾਰੇ ਅੱਜ ਸਾਨੂੰ ਪਤਾ ਹੀ ਨਹੀਂ। ਤੇ ਅੱਗੇ ਗੱਲ ਕਰਦੇ ਹਾਂ ਦੁਨੀਆ ਵਿੱਚ ਕਿਵੇਂ ਦੇ ਲੋਕ ਰਹਿੰਦੇ ਨੇ। ਤੁਹਾਨੂੰ ਦੱਸਦੇ ਹਾਂ 1993 ਵਿੱਚ USA ਦੇ ਇਹ ਹੌਰਿਸ ਨਾਮ ਦੇ ਵਿਅਕਤੀ ਨੂੰ ਇੱਕ ਸੁਪਨਾ ਆਇਆ ਕਿ ਰੱਬ ਉਸ ਨੂੰ ਕਹਿ ਰਿਹਾ ਹੈ ਕਿ ਉਹ ਇੱਕ ਬਹੁਤ ਵੱਡਾ ਘਰ ਦਰਖਤ ਤੇ ਬਣਾਵੇ। ਅਗਲੇ ਹੀ ਦਿਨ ਉਸ ਨੇ ਦੋਸਤਾਂ ਮਿੱਤਰਾਂ ਨੂੰ ਇਹ ਸੁਪਨਾ ਦੱਸ ਕੇ ਦਰਖਤ ਤੇ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਇਸ ਲਈ ਉਸ ਨੇ 14 ਸਾਲ ਤੱਕ ਕੰਮ ਕੀਤਾ। ਕਈ ਹਜ਼ਾਰ ਦਰਖਤ ਕੱਟੇ ਤੇ ਕਈ ਲੱਖਾਂ ਡਾਲਰ ਲਾ ਦਿੱਤੇ। ਆਖਰ ਵਿੱਚ ਉਸ ਨੇ 6 ਮੰਜ਼ਿਲਾ ਘਰ ਦਰਖਤ ਤੇ ਬਣਾ ਕੇ ਦਿਖਾ ਦਿੱਤਾ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਟਰੀ ਹਾਊਸ ਸੀ ਜਿਸ ਵਿੱਚ ਰਿਹਾ ਵੀ ਜਾਂਦਾ ਸੀ ਤੇ ਸਾਰਾ ਕੁਝ ਇਸ ਦੇ ਅੰਦਰ ਮੌਜੂਦ ਸੀ। ਪਰ 22 ਅਕਤੂਬਰ 2019 ਵਿੱਚ ਜੰਗਲ ਵਿੱਚ ਲੱਗੀ ਅੱਗ ਨੇ ਸਾਰੇ ਘਰ ਨੂੰ ਸੁਆਹ ਕਰ ਦਿੱਤਾ ਤੇ ਹੌਰਿਸ ਦੀ ਸਾਲਾਂ ਦੀ ਮਿਹਨਤ ਬਰਬਾਦ ਹੋ ਗਈ। ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹਾਂ 1886 ਵਿੱਚ ਇੱਕ ਵਾਰ ਸਾਰਾ ਨਾਮ ਦੀ ਲੜਕੀ ਦੇ ਪਤੀ ਤੇ ਬੇਟੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਲੱਗਿਆ ਕਿ ਉਸ ਦੇ ਪਰਿਵਾਰ ਤੇ ਕਿਸੇ ਮਾੜੀ ਆਤਮਾ ਦਾ ਸਾਇਆ ਹੈ ਤੇ ਮੈਂ ਉਦੋਂ ਹੀ ਬਚਾਂਗੀ ਜੇ ਅਜਿਹੇ ਘਰ ਵਿੱਚ ਲੁਕ ਜਾਵਾਂਗੀ ਜਿੱਥੇ ਮੈਨੂੰ ਕੋਈ ਖੋਜ ਨਾ ਸਕੇ। ਜਿਸ ਤੋਂ ਬਾਅਦ ਉਸ ਨੇ 38 ਸਾਲ ਲਾ ਕੇ ਇੱਕ ਅਜਿਹਾ ਘਰ ਬਣਾਇਆ ਜਿੱਥੇ ਆਮ ਇਨਸਾਨ ਜਾਣ ਤੋਂ ਵੀ ਡਰੇ, ਕਿਉਂਕਿ ਉਸ ਵਿੱਚ 10,000 ਤੋਂ ਵੱਧ ਖਿੜਕੀਆਂ, 2,000 ਤੋਂ ਜ਼ਿਆਦਾ ਦਰਵਾਜ਼ੇ ਸੀ। ਜਿਸ ਵਿੱਚ ਕਮਰੇ ਦੇ ਅੰਦਰ ਕਮਰਾ, ਕਮਰੇ ਦੇ ਵਿੱਚ 5-6 ਦਰਵਾਜ਼ੇ ਤੇ ਉਹਨਾਂ ਦਰਵਾਜ਼ਿਆਂ ਵਿੱਚੋਂ ਕਿਸੇ 2 ਦਰਵਾਜ਼ਿਆਂ ਅੰਦਰ ਰੂਮ ਤੇ ਉਸ ਰੂਮ ਵਿੱਚ 7-8 ਦਰਵਾਜ਼ੇ ਤੇ ਉਹਨਾਂ ਵਿੱਚ ਕਿਸੇ 2-3 ਦਰਵਾਜ਼ਿਆਂ ਅੰਦਰ ਰੂਮ ਤੇ ਉਸ ਤੋਂ ਬਾਅਦ ਫੇਰ ਇਸੇ ਤਰ੍ਹਾਂ ਚੱਲਦਾ ਰਹਿੰਦਾ ਸੀ ਤੇ ਫੇਰ ਇਸੇ ਤਰ੍ਹਾਂ ਚੱਲਦਾ ਹੈ। ਇਸ ਘਰ ਵਿੱਚ 160+ ਕਮਰੇ ਸੀ ਜੋ ਕਿ ਇੱਕ ਤਰ੍ਹਾਂ ਦਾ ਭੂਲ ਭੁਲਈਆ ਹੈ ਤੇ ਅੱਜ ਵੀ ਇਹ ਘਰ ਅਮਰੀਕਾ ਦੇ ਸੈਨ ਯੋਸ਼ ਵਿੱਚ ਮੌਜੂਦ ਹੈ। ਸੋ ਅੱਗੇ ਗੱਲ ਕਰਦੇ ਹਾਂ, ਤੁਸੀਂ ਇਹ ਲਾਈਨਾਂ ਸੁਣੀਆਂ ਹੋਣਗੀਆਂ, ਜਿਹੜੇ ਲਾਹੌਰ ਫੁੱਦੂ ਉਹ ਪਿਸ਼ੌਰ ਵੀ ਫੁੱਦੂ। ਸੋ ਇਹ ਲਾਈਨਾਂ ਬਾਰੇ ਬਹੁਤ ਸਾਰੇ ਬੰਦਿਆਂ ਨੂੰ ਨਹੀਂ ਪਤਾ ਹੋਵੇਗਾ ਤੇ ਬਹੁਤ ਸਾਰਿਆਂ ਨੂੰ ਇਦਾਂ ਲੱਗਦਾ ਕਿ ਇਹ ਬਹੁਤ ਗਲਤ ਸ਼ਬਦ ਹੈ, ਪਰ ਇਹ ਕੋਈ ਜ਼ਿਆਦਾ ਗਲਤ ਨਹੀਂ ਹੈ। ਇਹ ਇੱਕ ਤਰ੍ਹਾਂ ਆਪਾਂ ਪਾਗਲ ਬੰਦੇ ਨੂੰ ਕਹਿ ਸਕਦੇ ਹਾਂ।
ਇਸ ਬਾਰੇ ਇੱਕ ਪੁਰਾਣੀ ਕਹਾਵਤ ਵੀ ਹੈ ਜਿਸ ਬਾਰੇ ਆਪਾਂ ਅੱਗੇ ਤੁਹਾਨੂੰ ਦੱਸਾਂਗੇ ਕਿ ਇਹ ਕਦ ਤੋਂ ਸ਼ੁਰੂ ਹੋਇਆ ਸੀ। ਜਦੋਂ ਯੂਨਾਈਟਿਡ ਇੰਡੀਆ ਸੀ, ਮਤਲਬ ਪਾਕਿਸਤਾਨ ਅਲੱਗ ਨਹੀਂ ਹੋਇਆ ਸੀ, ਤਾਂ ਲਾਹੌਰ ਵਿੱਚ ਇੱਕ ਭੋਲਾ ਭਾਲਾ ਬੰਦਾ ਸੀ ਜਿਹਨੂੰ ਆਪਾਂ ਥੋੜਾ ਜਿਹਾ ਇੱਕ ਸਿੱਧਰਾ ਕਹਿ ਸਕਦੇ ਹਾਂ ਦਿਮਾਗੀ ਤੌਰ ਤੋਂ। ਉਸ ਨੂੰ ਛੋਟੀ ਉਮਰ ਤੋਂ ਹੀ ਲੋਕ ਫੁੱਦੂ ਫੁੱਦੂ ਕਹਿ ਕੇ ਬੁਲਾਉਣ ਲੱਗ ਪਏ ਸੀ। ਜਦੋਂ ਉਹ ਵੱਡਾ ਹੋਇਆ ਤੇ ਉਸਨੇ ਜਦੋਂ ਵਿਆਹ ਕਰਾਉਣਾ ਸੀ, ਉਸਨੇ ਸੋਚਿਆ ਕਿ ਹੁਣ ਮੈਨੂੰ ਸ਼ਹਿਰ ਬਦਲ ਲੈਣਾ ਚਾਹੀਦਾ ਹੈ, ਇੱਥੇ ਲੋਕ ਇੱਜ਼ਤ ਨਹੀਂ ਕਰ ਰਹੇ, ਤੇ ਉਹ 550 ਕਿਲੋਮੀਟਰ ਸ਼ਹਿਰ ਛੱਡ ਕੇ ਪਿਸ਼ੌਰ ਚਲਾ ਗਿਆ ਤੇ ਉੱਥੇ ਜਾ ਕੇ ਫਿਰ ਉਸਨੇ ਕੰਮ ਲੱਭਣਾ ਸ਼ੁਰੂ ਕਰ ਦਿੱਤਾ। ਤੇ ਉੱਥੇ ਫਿਰ ਉਹ ਕਿਸੇ ਔਰਤ ਕੋਲ ਚਲਾ ਗਿਆ ਜਿਹਨੂੰ ਕੰਮ ਲਈ ਬੰਦੇ ਦੀ ਲੋੜ ਸੀ ਤੇ ਉਸ ਕੋਲ ਪਸ਼ੂ ਵੀ ਸੀ, ਛੋਟੇ-ਛੋਟੇ ਬੱਚੇ ਵੀ ਸੀ। ਤੇ ਉਹ ਕਹਿੰਦੀ ਵੀ ਮੈਂ ਤੈਨੂੰ ਰੱਖ ਲੈਣੀ ਆ, ਪਰ ਇੱਕ ਦਿਨ ਦਾ ਤੇਰਾ ਟੈਸਟ ਹੋਊਗਾ ਕਿ ਤੂੰ ਕੰਮ ਕਿਵੇਂ ਕਰਦਾ ਹੈ। ਵੀ ਉਹ ਮੇਰਾ ਛੋਟਾ ਜਿਹਾ ਮੁੰਡਾ ਸੁੱਤਾ ਪਿਆ, ਜਦੋਂ ਇਹ ਉੱਠੇ ਤਾਂ ਰੋਵੇ ਨਾ, ਇਸ ਨੂੰ ਦੁੱਧ ਦੀ ਬੋਤਲ ਨਾਲ ਦੀ ਨਾਲ ਲਾ ਦੇਣੀ ਹੈ, ਤੇ ਚੁੱਲ੍ਹੇ ਤੇ ਦਾਲ ਧਰੀ ਹੈ, ਅੱਗ ਨਾ ਬੁਝਣ ਦੇਈਂ, ਥੋੜਾ ਥੋੜਾ ਬਾਲਣ ਨਾਲ ਦੀ ਨਾਲ ਲਾਈ ਜਾਈਂ, ਨਹੀਂ ਦਾਲ ਕੱਚੀ ਰਹਿ ਜੂ। ਤੇ ਗਾਂ ਮੇਰੀ ਤਾਜੀ ਸੂਈ ਹੈ, ਬੱਚਾ ਕਿਤੇ ਦੁੱਧ ਨਾ ਚੁੰਗ ਜੇ, ਉਹਦਾ ਧਿਆਨ ਰੱਖੀ। ਤੇ ਉਹ ਹੋ ਗਿਆ ਖੁਸ਼ ਕਿ ਇਹ ਤਾਂ ਕੰਮ ਹੀ ਕੁਝ ਨਹੀਂ, ਮੈਂ ਤਾਂ ਆਰਾਮ ਨਾਲ ਕਰ ਲੈਣਾ। ਤੇ ਜਦੋਂ ਉਹ 2-3 ਘੰਟੇ ਬਾਅਦ ਵਾਪਸ ਆਈ, ਬੱਚਾ ਉੱਠ ਕੇ ਮੰਜੇ ਤੋਂ ਥੱਲੇ ਡਿੱਗਿਆ ਤੇ ਉੱਚੀ ਉੱਚੀ ਰੋਵੇ, ਤੇ ਦਾਲ ਥੱਲੇ ਅੱਗ ਬੁਝੀ ਪਈ ਸੀ ਤੇ ਬੱਚਾ ਗਾਂ ਦਾ ਦੁੱਧ ਚੁੰਗ ਰਿਹਾ ਸੀ। ਤੇ ਔਰਤ ਨੇ ਆਉਂਦੇ ਹੀ ਕਿਹਾ ਕਿ ਚੁੱਲ੍ਹੇ ਵਿੱਚ ਅੱਗ ਵੀ ਨਾ ਹੋਵੇ ਤੇ ਬੱਚਾ ਵੀ ਰੋਵੇ, ਤੇ ਉਧਰ ਬੱਚਾ ਚੁੰਗੇ ਗਾਂ, ਤੇਰਾ ਫੁੱਦੂ ਤਾਂ ਨਹੀਂ ਨਾ। ਤੇ ਮੁੰਡਾ ਫਿਰ ਹੈਰਾਨ ਹੋ ਗਿਆ ਕਿ ਮੇਰਾ 500 ਕਿਲੋਮੀਟਰ ਦੂਰ ਇੰਨੀ ਛੇਤੀ ਨਾਮ ਕਿਵੇਂ ਪਹੁੰਚ ਗਿਆ, ਮੈਂ ਤਾਂ 3 ਰਾਤਾਂ ਲਾ ਕੇ ਇੱਥੇ ਪਸ਼ਾਵਰ ਪਹੁੰਚਿਆ। ਤੇ ਉਹ ਕਹਿੰਦੀ ਜਿਹੜੇ ਲਾਹੌਰ ਫੁੱਦੂ ਉਹ ਪਿਸ਼ੌਰ ਵੀ ਫੁੱਦੂ। ਸੋ ਇਹ ਕਹਾਵਤ ਚੱਲਦੀ ਸੀ ਪੁਰਾਣੇ ਸਮੇਂ ਵਿੱਚ, ਜਿਸ ਕਰਕੇ ਇਹ ਸ਼ਬਦ ਕਹੇ ਜਾਂਦੇ ਸੀ। ਤੇ ਅੱਜ ਕੱਲ ਇਹ ਲਾਈਨਾਂ ਮੂਸੇਵਾਲੇ ਦੇ ਗਾਣੇ ਵਿੱਚ ਟ੍ਰੈਂਡ ਹੋ ਰਹੀਆਂ ਨੇ, ਇਸ ਕਰਕੇ ਆਪਾਂ ਇਹਨਾਂ ਦਾ ਜ਼ਿਕਰ ਕੀਤਾ। ਕਹਿਣ ਦਾ ਭਾਵ ਕਿ ਜਿਹੜਾ ਬੰਦਾ ਹੈਗਾ ਹੀ ਫੁੱਦੂ ਹੈ, ਉਹ ਕਿਤੇ ਚਲੇ ਜਾਵੇ ਉਹਨੇ ਫੁੱਦੂ ਹੀ ਰਹਿਣਾ। ਸੋ ਲਾਸਟ ਵਿੱਚ ਗੱਲ ਕਰਦੇ ਹਾਂ, ਧਿਆਨ ਨਾਲ ਜਰੂਰ ਸੁਣਿਓ। ਹਿਊਬਰਟ ਰੀਵਸ ਨੇ ਕਿਹਾ ਸੀ, ਮਨੁੱਖ ਸਭ ਤੋਂ ਪਾਗਲ ਜਾਤੀ ਹੈ, ਇਹ ਨਾ ਦਿਖਣ ਵਾਲੇ ਪ੍ਰਮਾਤਮਾ ਦੀ ਪੂਜਾ ਕਰਦਾ ਹੈ, ਪਰ ਦਿਖਣ ਵਾਲੀ ਕੁਦਰਤ ਨੂੰ ਤਬਾਹ ਕਰ ਰਿਹਾ ਹੈ। ਸੋ ਇਹ ਅਣਜਾਣ ਹੈ ਕਿ ਜਿਸ ਕੁਦਰਤ ਨੂੰ ਉਹ ਤਬਾਹ ਕਰ ਰਿਹਾ ਹੈ ਉਹੀ ਪ੍ਰਮਾਤਮਾ ਹੈ ਜਿਸ ਦੀ ਉਹ ਪੂਜਾ ਕਰ ਰਿਹਾ ਹੈ। ਸੋ ਲਾਸਟ ਵਿੱਚ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਿਰ ਕਿੰਨਾ ਕਰਜ਼ਾ ਹੈ ਤੇ ਇਹ ਕਿਵੇਂ ਲਾਇਆ ਜਾ ਸਕਦਾ ਹੈ, ਕਿੰਨੇ ਸਮੇਂ ਵਿੱਚ। ਇਸ ਉੱਤੇ ਇੱਕ ਬਹੁਤ ਹੀ ਕਮਾਲ ਦੀ ਇੰਟਰਵਿਊ ਲਾਈਵ ਟਾਕਸ ਚੈਨਲ ਉੱਤੇ ਆਈ ਹੋਈ ਹੈ, ਤੁਸੀਂ ਉਹ ਵੀ ਦੇਖ ਸਕਦੇ ਹੋ। ਸੋ ਇਸ ਤੋਂ ਇਲਾਵਾ ਵੀ ਉੱਥੇ ਬਹੁਤ ਹੀ ਕਮਾਲ ਦੀਆਂ ਇੰਟਰਵਿਊਜ਼ ਆਨ ਦਾ ਵੇ ਹੈ, ਤੁਸੀਂ ਉਹ ਚੈੱਕ ਕਰ ਸਕਦੇ ਹੋ। ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ, ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।